जी सत श्री अकाल जी सारिਆਂ ਨੂੰ। ਸੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਗਾਈਡ 5069 ਬਾਰੇ, ਜਿਸ ਦੇ ਵਿੱਚ ਇੰਸਟਰਕਸ਼ਨਸ ਆ ਕਿ ਆਪਾਂ ਆਪਣੀ TR to PR ਦੇ ਅੰਡਰ ਫਾਈਲ ਕਿਵੇਂ ਲਗਾਉਣੀ ਆ। ਸੋ ਦੋਸਤੋ, ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਸਪੋਰਟਿੰਗ ਡਾਕੂਮੈਂਟਸ ਦੇ ਸੈਕਸ਼ਨ ਦੀ, ਜਿਹੜਾ ਕਿ ਸਟੈਪ 1 ਆ। ਸੋ ਸਭ ਤੋਂ ਪਹਿਲਾ ਸੈਕਸ਼ਨ ਆਉਂਦਾ ਵਾ ਪ੍ਰੂਫ ਆਫ ਐਂਟਰੀ ਐਂਡ ਸਟੇਟਸ ਕੈਨੇਡਾ। ਸੋ ਇਸ ਦੇ ਵਿੱਚ ਦੋਸਤੋ ਤੁਸੀਂ ਆਪਣਾ ਮੋਸਟ ਰੀਸੈਂਟ ਇਮੀਗ੍ਰੇਸ਼ਨ ਡਾਕੂਮੈਂਟ ਸਬਮਿਟ ਕਰਨਾ ਹੈ, ਜੋ ਕਿ ਤੁਹਾਡਾ ਵਰਕ ਪਰਮਿਟ ਹੋ ਸਕਦਾ ਵਾ ਜਾਂ ਸਟੱਡੀ ਪਰਮਿਟ। ਦੂਜੀ ਗੱਲ ਆਉਂਦੀ ਆ ਪ੍ਰੂਫ ਆਫ ਕਰੰਟ ਇੰਪਲੋਇਮੈਂਟ ਇਨ ਕੈਨੇਡਾ ਦੀ। ਸੋ ਕਰੰਟ ਇੰਪਲੋਇਡ ਲਈ ਦੋਸਤੋ ਤੁਹਾਨੂੰ ਆਥੋਰਾਈਜੇਸ਼ਨ ਹੋਣੀ ਚਾਹੀਦੀ ਆ ਵਰਕ ਕਰਨ ਲਈ, ਜਿਹਦੇ ਵਿੱਚ ਤੁਹਾਡਾ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਲਗਾ ਸਕਦੇ ਆ। ਦੂਜਾ, ਇਸ ਦੇ ਨਾਲ ਤੁਸੀਂ ਆਪਣਾ ਅਟੈਚ ਕਰਨਾ ਵਾ ਇੰਪਲੋਇਰ ਦੀ ਰੈਫਰੈਂਸ ਲੈਟਰ, ਜਿਹੜੀ ਉਸਦੇ ਵਿੱਚ ਤੁਸੀਂ ਕਿੱਥੇ ਕੰਮ ਕਰਦੇ ਆ, ਤੁਹਾਡੀ ਪੇ ਕਿੰਨੀ ਆ, ਇੰਪਲੋਇਰ ਦੀ ਡਿਟੇਲਸ, ਤੁਸੀਂ ਕਿੰਨੇ ਘੰਟੇ ਕੰਮ ਕਰ ਰਹੇ ਆ, ਐਵਰੀਥਿੰਗ, ਐਂਡ ਤੁਹਾਡੀ ਸਟਾਰਟ ਡੇਟ। ਪਲੱਸ ਤੁਸੀਂ ਉਸਦੇ ਵਿੱਚ ਆਪਣੇ ਮੋਸਟ ਰੀਸੈਂਟ ਪੇ ਸਟੈਪ ਲਗਾਉਣੇ ਆ ਇਸ ਈਅਰ ਦੇ, ਜਦੋਂ ਤੁਹਾਡੀ ਇੰਪਲੋਇਮੈਂਟ ਸਟਾਰਟ ਹੋਈ ਆ। ਤੀਜੇ ਸੈਕਸ਼ਨ ਵਿੱਚ ਤੁਸੀਂ ਆਪਣਾ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ ਟੈਸਟ ਦੀ ਫੋਟੋ ਅਪਲੋਡ ਕਰ ਸਕਦੇ ਆ। ਅਗਰ ਤੁਹਾਡੇ ਕੋਲ ਓਰੀਜਨਲ ਹਾਰਡ ਕਾਪੀ ਨਹੀਂ ਹੈਗੀ ਆਇਲਸ ਜਾਂ ਸੈਲਫ ਐਪ ਦੀ, ਤਾਂ ਤੁਸੀਂ ਉਸਦੇ ਨਾਲ ਆਪਣਾ ਐਕਸਪਲੇਨੇਸ਼ਨ ਲੈਟਰ ਲਗਾ ਸਕਦੇ ਆ। ਉਹ ਐਕਸਪਲੇਨੇਸ਼ਨ ਲੈਟਰ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਲਿੰਕ ਵਿੱਚ ਅਪਲੋਡ ਕਰ ਦੂੰਗਾ, ਤੁਸੀਂ ਉੱਥੇ ਜਾ ਕੇ ਚੈੱਕ ਕਰ ਲਿਓ। ਓਕੇ, ਸੋ ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਹੈਲਥ ਕੇਅਰ ਐਂਡ ਨੋਨ ਹੈਲਥ ਕੇਅਰ ਸਟਰੀਮ ਦੀ। ਸੋ ਇਹਦੇ ਵਿੱਚ ਆਪਾਂ ਨੂੰ ਕਿਹੜੇ ਹੋਰ ਡਾਕੂਮੈਂਟਸ ਦੀ ਲੋੜ ਪੈ ਸਕਦੀ ਆ। ਆਪਣੇ ਲਾਸਟ ਈਅਰ ਦੇ 2018, 19 ਔਰ 2020 ਦੇ T4 ਪੇ ਸਟੈਪਸ ਔਰ ਆਈਦਰ ਨੋਟਿਸ ਆਫ ਅਸੈਸਮੈਂਟ T4 ਦੇ ਨਾਲ। ਸੋ ਇੰਟਰਨੈਸ਼ਨਲ ਗ੍ਰੈਜੂਏਟ ਦਾ ਦੋਸਤੋ ਕਲੋਜ਼ ਹੋ ਚੁੱਕੀ ਆ, ਸੋ ਇਸ ਸੈਕਸ਼ਨ ਬਾਰੇ ਆਪਾਂ ਗੱਲ ਨਹੀਂ ਕਰਾਂਗੇ, ਆਪਾਂ ਡਾਇਰੈਕਟ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜੈਨਰਿਕ ਫਾਰਮ IMM 008। ਸੋ ਇਹ ਫਾਰਮ ਕਿਵੇਂ ਫਿਲ ਕਰਨਾ ਵਾ, ਸੋ ਉਸ ਦੇ ਬਾਰੇ ਗੱਲ ਕਰਦੇ ਹਾਂ। ਦੋਸਤੋ ਮੂਵ ਔਨ ਕਰਦੇ ਹਾਂ। ਸਭ ਤੋਂ ਪਹਿਲਾਂ ਗਾਈਡ ਦੇ ਨਾਲ ਫਾਰਮ ਦੇ ਵਿੱਚ ਚੈੱਕ ਕਰਦੇ ਹਾਂ। ਓਕੇ ਦੋਸਤੋ, ਇਹ ਤੁਸੀਂ ਦੇਖ ਸਕਦੇ ਆ ਇਹ ਹੈਗੀ ਗਾਈਡਲਾਈਨਸ IMM 008 ਬਾਰੇ। ਸੋ ਸਭ ਤੋਂ ਪਹਿਲਾਂ ਇਹ ਫਾਰਮ ਆਪਣੇ ਦੁਆਰਾ ਹੀ ਭਰਿਆ ਹੋਣਾ ਚਾਹੀਦਾ, ਫਿਜ਼ੀਕਲ ਐਪਲੀਕੈਂਟ ਦੇ ਦੁਆਰਾ। ਇਹ ਆਪਾਂ ਫਾਰਮ ਡਾਊਨਲੋਡ ਕਰਨਾ ਵਾ ਆਪਣੇ ਕੰਪਿਊਟਰ ਜਾਂ ਲੈਪਟਾਪ 'ਤੇ। ਦੂਜੀ ਗੱਲ ਇਹ ਹੈ ਕਿ ਇਹ ਫਾਰਮ ਪ੍ਰਿੰਟ ਨਹੀਂ ਹੋਣਾ। ਪਲੱਸ ਜਦੋਂ ਤੁਸੀਂ ਇਸ ਫਾਰਮ ਨੂੰ ਵੈਲੀਡੇਟ ਕਰੋਗੇ, ਮੇਕ ਸ਼ੋਰ ਕਰਿਓ ਕਿ ਤੁਹਾਡੀ ਬਾਰਕੋਡ ਜਨਰੇਟ ਹੋ ਜਾਣ ਪੇਜ 4 ਐਂਡ 5 ਦੇ ਫਾਰਮ ਬਾਰੇ। ਸੋ ਵੀਡੀਓ ਨੂੰ ਚਲਾ ਲੰਬੀ ਨਾ ਜਾਵੇ, ਇਸ ਕਰਕੇ ਮੈਂ ਫਾਰਮ ਪਹਿਲਾਂ ਫਿਲ ਕਰ ਦਿੱਤਾ ਹੈ। ਸੋ फटाफट अगे बढ़ते हैं, फॉर्म फिल करते हैं। सो सब तो पहले ऑप्शन अपनी फॉर्म सेलेक्ट करनी है, दैन सैकेंड अपा TR to PR पाथवे, दैन थर्ड अगर होगा सिंगल हो अनमैरिड होगा तो 1, अगर तुझे बैचलर ट्रेन स्पाउस इंक्लूड करने हैं तो तुझे इंट्रोड्यूस कर सकते हैं। तो जो स्पाउस है तो दैन ओनली 2। ओके, फोर्थ ऑप्शन पर तुझे सिलेक्ट करते हैं कॉरस्पॉन्डेंस दी इंग्लिश, दैन इंक्लूड थोड़ी अपनी प्रेफरेंस इस ऑप्शन की थोड़ी अपनी प्रेफरेंस स्टूडेंट्स की थोड़ी अपनी प्रेफरेंस होगी कि कितने रहना चाहते हैं अपने PR प्रेफरेंस। अगर 6वां क्वेश्चन अगर किसी फील्ड के इनसाइड रहना चाहते हैं अपने PR, दैन 6वीं ऑप्शन ਤੁਹਾਨੂੰ इन्फॉर्मेशन फिल आउट करनी पड़ेगी। सो अगे बढ़ते हैं, ਹੁਣ ਇੱਥੇ ਗੱਲ ਆਉਂਦੀ ਹੈ अपनी पर्सनल डिटेल ਦੀ। सो दोस्तों फैमिली नेम ਵਿੱਚ ਤੁਹਾਨੂੰ ਸਿਰਫ ਆਪਣੇ ਵਰਕ ਪਰਮਿਟ ਉੱਤੇ ਜਿਹੜੀ ਇਨਫੋਰਮੇਸ਼ਨ ਹੋਊਗੀ ਫਿਲ ਆਊਟ ਕਰਨੀ ਹੈ ਇੱਥੇ। ਸੋ ਫੈਮਿਲੀ ਨੇਮ ਵਿੱਚ ਜੋ ਤੁਹਾਡੇ ਵਰਕ ਪਰਮਿਟ ਉੱਤੇ ਲਿਖਿਆ ਹੋਊਗਾ ਕੋਈ ਫਿਲ ਕਰਿਓ। ਗਿਵਨ ਨੇਮ ਵਾਲਾ ਸੈਕਸ਼ਨ ਖਾਲੀ ਆ, ਤੁਸੀਂ ਇਸ ਲਾਈਨ ਨੂੰ ਥੋੜਾ ਧਿਆਨ ਨਾਲ ਪੜ੍ਹਿਓ। If you don't have a given name on your passport or travel document, leave the given name filled blank। ਸੋ ਇੱਥੇ ਆਪਾਂ given name ਖਾਲੀ ਛੱਡ ਦੇਣਾ ਅਗਰ given name ਪਾਸਪੋਰਟ ਵਰਕ ਪਰਮਿਟ ਉੱਤੇ ਨਹੀਂ ਹੈਗਾ। ਅਗਰ ਤੁਹਾਡਾ ਕੋਈ ਨਿਕਨੇਮ ਨਹੀਂ ਹੈਗਾ ਦੈਨ ਨੋ। ਥਰਡ ਆਪਾਂ ਆਪਣਾ UCI ਨੰਬਰ ਤੁਹਾਡੇ ਵਰਕ ਪਰਮਿਟ ਜਾਂ ਸਟੱਡੀ ਪਰਮਿਟ 'ਤੇ ਦੇਖ ਲਿਓ। ਸੈਕਸ ਮੇਲ ਫੀਮੇਲ ਅਕੋਰਡਿੰਗ ਟੂ ਯਰ ਪ੍ਰੋਫਾਈਲ, ਦੈਨ ਹਾਈਟ ਤੁਸੀਂ ਆਪਣੇ ਲਾਇਸੈਂਸ ਜਾਂ G1 'ਤੇ ਤੁਸੀਂ ਦੇਖ ਸਕਦੇ ਹੋ। ਅਗਰ G1 ਨਹੀਂ ਹੈਗਾ ਦੈਨ ਆਪਣਾ ਤੁਸੀਂ ਚੈੱਕ ਕਰ ਸਕਦੇ ਆ ਅਕੋਰਡਿੰਗ ਟੂ weight, height, eye color, just general details are date of birth, place of birth,
ਓਕੇ ਮੇਕ ਸ਼ੋਰ ਕਰਿਓ ਤੁਸੀਂ ਇਹ ਇਨਫੋਰਮੇਸ਼ਨ ਆਪਣੇ ਪਾਸਪੋਰਟ ਦੇ ਅਕੋਰਡਿੰਗ ਟੂ ਹੀ ਭਰਿਓ। ਓਕੇ ਦੈਨ ਅੱਗੇ ਆਪਣੇ ਕੋਲ ਸਿਟੀਜ਼ਨਸ਼ਿਪ ਦੀ ਗੱਲ ਹੁੰਦੀ ਆ ਇੰਡੀਆ ਦੀ, ਅਗਰ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਵੀ ਹੈਗੀ ਤੁਹਾਡੇ ਕੋਲ ਤਾਂ ਤੁਸੀਂ ਦੂਜੀ ਆਪਸ਼ਨ ਵੀ ਇੱਥੇ ਸਿਲੈਕਟ ਕਰ ਸਕਦੇ ਹਾਂ। ਦੈਨ 10th ਆਪਸ਼ਨ ਆ ਕਰੰਟ ਕੰਟਰੀ ਵਿੱਚ ਦੋਸਤੋ ਆਪਣੀ ਕਰੰਟ ਕੰਟਰੀ ਆਫ ਰੈਜ਼ੀਡੈਂਸ ਵਿੱਚ ਆਪਣੀ ਕੈਨੇਡਾ ਹੋਣੀ ਹੈ ਇੱਥੇ। ਦੈਨ ਇੱਥੇ ਤੁਸੀਂ ਅਗਰ ਸਟੱਡੀ 'ਤੇ ਹੋ ਤਾਂ ਸਟੱਡੀ 'ਤੇ, ਵਰਕਰ ਹੋ ਤਾਂ ਵਰਕਰ, ਅਗਰ ਤੁਸੀਂ ਇੰਪਲਾਈਡ ਸਟੇਟਸ 'ਤੇ ਵੀ ਹੋ ਦੈਨ ਤੁਸੀਂ ਇੱਥੇ ਆਪਣੀ ਸਟੂਡੈਂਟ ਆਪਸ਼ਨ ਭਰਨੀ ਆ। ਇਸ ਵੀਡੀਓ ਦੀ ਮੇਰੇ ਕੋਲ ਰਿਕਾਰਡਿੰਗ ਪਈ ਹੈ, ਤੁਸੀਂ ਮੇਰੇ ਟਿਕਟੋਕ ਦੇ ਪ੍ਰੋਫਾਈਲ 'ਤੇ ਜਾ ਕੇ ਚੈੱਕ ਕਰ ਸਕਦੇ ਆ। ਸੋ ਇੱਥੇ ਤੁਸੀਂ ਆਪਣਾ ਲਾਸਟ ਐਂਟਰੀ ਕੈਨੇਡਾ, ਅਗਰ ਤੁਸੀਂ ਕੈਨੇਡਾ ਤੋਂ ਬਾਹਰ ਕਿਤੇ ਵੀ ਟਰੈਵਲ ਨਹੀਂ ਕੀਤਾ ਜਿਵੇਂ ਸਟੱਡੀ ਔਰ ਵਰਕ, ਦੈਨ ਇੱਥੇ ਆਪਣੀ ਲਾਸਟ ਟਾਈਮ ਦੀ ਐਂਟਰੀ ਭਰ ਦਿਓ ਅਤੇ ਇੱਥੇ ਟੋਰਾਂਟੋ ਵੈਨਕੂਵਰ ਜਿਹੜਾ ਤੁਸੀਂ ਏਅਰਪੋਰਟ 'ਤੇ ਆਏ ਹੋ। ਓਕੇ ਦੈਨ ਅੱਗੇ ਆਪਾਂ ਸਿਲੈਕਟ ਕਰਦੇ ਹਾਂ ਜੀ, ਅਗਰ ਤੁਹਾਡਾ ਕਿਸੇ ਹੋਰ ਕੰਟਰੀ ਵਿੱਚ ਰੈਜ਼ੀਡੈਂਸ ਤੁਸੀਂ ਯੈਸ ਕਰ ਸਕਦੇ ਹਾਂ ਸਿਟੀਜ਼ਨਸ਼ਿਪ ਦਾ। ਓਕੇ ਦੈਨ previous countries of residence, ਅਗਰ ਤੁਸੀਂ ਕਿਸੇ ਵੀ ਕੰਟਰੀ ਵਿੱਚ ਰਹੇ ਆ ਸੋ ਇੱਥੇ ਮੇਕ ਸ਼ੋਰ ਕਰਿਓ ਤੁਸੀਂ ਆਪਣੀ ਇਨਫੋਰਮੇਸ਼ਨ ਜ਼ਰੂਰ ਫਿਲਅਪ ਕਰਿਓ। ਅਗਰ ਕੋਈ USA ਵਿੱਚ 6 ਮਹੀਨੇ ਤੋਂ ਜ਼ਿਆਦਾ ਰਿਹਾ ਵਾ ਜਾਂ ਕਿਸੇ ਹੋਰ ਦੁਬਈ ਵਗੈਰਾ ਕੰਟਰੀ ਵਿੱਚ ਜਾਂ ਆਸਟ੍ਰੇਲੀਆ ਵਿੱਚ ਕੋਈ ਇਨਫੋਰਮੇਸ਼ਨ ਤੁਹਾਡੇ ਤੇ 12 ਨੰਬਰ ਕਾਲਮ 'ਚ ਫਿਲਅਪ ਹੋਣੀ ਆ। ਦੈਨ ਅੱਗੇ ਆਪਣੀਆਂ ਡਿਟੇਲਸ ਨੇ, ਮੈਰਿਡ ਹੋ ਸਿੰਗਲ ਹੋ ਅਕੋਰਡਿੰਗ ਟੂ ਯਰ ਪ੍ਰੋਫਾਈਲ, ਸੋ ਇੱਥੇ ਆਪਾਂ ਸਾਰੀ ਇਨਫੋਰਮੇਸ਼ਨ ਫਿਲਅਪ ਕਰ ਦੇਣੀ ਆ। ਸੋ ਇੱਥੇ ਆਪਾਂ ਆਪਣੀ ਸਪਾਊਸ ਦੀ ਇਨਫੋਰਮੇਸ਼ਨ ਫਿਲਅਪ ਕਰਨੀ ਹੈ ਅਤੇ 30 ਦਾ ਜੋ ਸਬਸੈਕਸ਼ਨ ਆ। ਓਕੇ ਦੈਨ 14 ਵਿੱਚ ਵੀ ਆਪਾਂ ਆਪਣੇ ਸਪਾਊਸ ਦੀ ਇਨਫੋਰਮੇਸ਼ਨ, 14 ਸੈਕਸ਼ਨ ਵਿੱਚ ਆਪਾਂ ਆਪਣੀ ਸਪਾਊਸ ਦੀ ਇਨਫੋਰਮੇਸ਼ਨ ਦੇਣੀ ਹੈ ਕਿ ਆਪਣਾ ਕਿੱਦਾਂ ਰਿਲੇਸ਼ਨਸ਼ਿਪ ਸਪਾਊਸ ਦੇ ਨਾਲ। ਓਕੇ ਦੈਨ ਅੱਗੇ ਆਪਣੀ ਕੰਟੈਕਟ ਇਨਫੋਰਮੇਸ਼ਨ ਆਣੀ, ਬੇਸਿਕਲੀ ਤੁਹਾਡਾ ਐਡਰੈਸ ਵਗੈਰਾ, ਅਪਾਰਟਮੈਂਟ ਨੰਬਰ, ਸੋ ਦਿਸ ਦੈਨ ਉਹ ਔਨ ਕਰ ਦੇਂਗੇ। ਥਰਡ ਸੈਕਸ਼ਨ ਵਿੱਚ ਆਪਣਾ ਟੈਲੀਫੋਨ ਨੰਬਰ ਅਤੇ ਕੈਨੇਡਾ ਯੂਜ਼ ਸੈਲੈਕਟ ਕਰ ਲਿਓ, ਅਗਰ ਕੋਈ ਹੋਰ ਇਨਫੋਰਮੇਸ਼ਨ ਹੈ ਤੁਸੀਂ ਉਹ ਫਿਲਅਪ ਕਰ ਸਕਦੇ ਹਾਂ। ਅਤੇ ਇੱਥੇ ਆਪਣਾ ਮੇਲਿੰਗ ਐਡਰੈਸ ਭਰਨਾ ਵੀ ਨਾ ਭੁੱਲਿਓ। ਸੋ ਓਕੇ ਦੈਨ ਫਿਰ ਅੱਗੇ ਟੈਕਸ ਨੰਬਰ ਆ, ਦੈਨ ਇੱਥੇ ਆਪਾਂ ਆਪਣੇ ਪਾਸਪੋਰਟ ਦਾ ਆਪਸ਼ਨ ਸਿਲੈਕਟ ਕਰਨੀ ਹੈ ਯੈਸ, ਦੈਨ ਪਾਸਪੋਰਟ ਨੰਬਰ, ਕੰਟਰੀ ਆਫ ਇਸ਼ੂ ਇੰਡੀਆ, ਦੈਨ ਇਸ਼ੂ ਡੇਟ ਆਪਣੇ ਪਾਸਪੋਰਟ 'ਤੇ ਅਕੋਰਡਿੰਗ ਟੂ ਇਨਫੋਰਮੇਸ਼ਨ ਇੱਥੇ ਫਿਲਅਪ ਕਰਿਓ। ਈਮੇਲ ਤੁਸੀਂ ਇੱਥੇ ਫਿਲਅਪ ਕਰ ਦਿਓ ਇਸ ਸੈਕਸ਼ਨ ਵਿੱਚ। ਦੈਨ ਮੂਵ ਔਨ ਕਰਦੇ ਹਾਂ ਜੀ ਨੈਸ਼ਨਲ ਆਈਡੈਂਟੀ ਡਾਕੂਮੈਂਟ, ਅਗਰ ਤੁਹਾਡੇ ਕੋਲ ਕੋਈ ਹੈ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਦਾ ਵੀ ਇੱਥੇ ਇਨਫੋਰਮੇਸ਼ਨ ਫਿਲਅਪ ਕਰ ਸਕਦੇ, ਅਗਰ ਨਹੀਂ ਹੈ ਦੈਨ ਸਿੰਪਲੀ ਸਿਲੈਕਟ ਨੋ। ਓਕੇ ਸੋ ਅੱਗੇ ਦੋਸਤੋ ਗੱਲ ਆਉਂਦੀ ਜੀ ਐਜੂਕੇਸ਼ਨ ਸ਼ੁਰੂ ਕਰੋ, ਤੁਸੀਂ ਇੱਥੇ ਆਪਣੀ ਐਜੂਕੇਸ਼ਨ ਆਪਣੇ ਲੈਵਲ ਦੇ ਹਿਸਾਬ ਨਾਲ ਕਰੋ। ਸੋ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਅਗਰ ਕੋਈ ਬੰਦਾ ਕੋਈ ਸਟੂਡੈਂਟ ਪਲੱਸ 2 ਤੋਂ ਬਾਅਦ ਇੱਥੇ ਡਿਪਲੋਮਾ ਕਰਦਾ ਵਾ then ਉਹਦੀ ਆਪਸ਼ਨ ਪੋਸਟ ਕੰਟਰੀ ਸਿਲੈਕਟ ਹੋਣੀ ਆ। ਅਗਰ ਕਿਸੇ ਨੇ ਹਾਈਐਸਟ ਲੈਵਲ 'ਤੇ ਬੈਚਲਰ ਕੀਤੀ ਦੈਨ ਬੈਚਲਰ, ਅਗਰ ਕਿਸੇ ਨੇ ਇੰਡੀਆ ਤੋਂ BTech BSc BA ਜਾਂ BBA ਵਗੈਰਾ ਕੀਤੀ ਆ, ਇੱਥੇ ਅਗਰ 2 ਸਾਲ ਦਾ ਡਿਪਲੋਮਾ ਕੀਤਾ ਵਾ ਦੈਨ ਪੋਸਟ ਗ੍ਰੈਜੂਏਟ, ਅਗਰ ਤੁਸੀਂ ਇੰਡੀਆ 'ਚ ਮਾਸਟਰ ਡਿਗਰੀ ਕੀਤੀ ਹੈ ਤਾਂ ਇੱਥੇ 2 ਸਾਲ ਦਾ ਡਿਪਲੋਮਾ ਕੀਤਾ ਦੈਨ ਮਾਸਟਰ ਡਿਗਰੀ, ਪਰ ਇੱਥੇ ਮੈਂ ਬੈਚਲਰਸ ਭਰਦਾ ਵਾਂ। ਸੋ ਕਰੰਟ ਆਕੂਪੇਸ਼ਨ 'ਚ ਆਪਾਂ ਕੋਈ ਸੁਪਰਵਾਈਜ਼ਰ ਭਰ ਦਿਓ ਜੋ ਵੀ ਤੁਹਾਡਾ ਕਰੰਟ ਆਕੂਪੇਸ਼ਨ ਹੈ, ਦੈਨ ਆਪਣਾ ਟੈਂਟਰੀ ਆਕੂਪੇਸ਼ਨ ਟੀਚਰਸ ਵਿੱਚ ਕੀ ਬਣਨਾ ਚਾਹੁੰਦੇ ਆ। ਸੋ ਇੱਥੇ ਨੰਬਰ ਆਫ ਐਜੂਕੇਸ਼ਨਸ 12 ਤੋਂ ਬਾਅਦ ਗ੍ਰੇਡ 1 to 12 ਈਅਰਸ ਫਿਲ ਆਊਟ ਕਰ ਦਿਓ, ਬੈਚਲਰ 3 or 4 ਈਅਰਸ ਉਸ ਹਿਸਾਬ ਨਾਲ ਆਪਣੇ ਪ੍ਰੋਫਾਈਲ ਦੇ ਅਕੋਰਡਿੰਗ ਤੋਂ ਫਿਲ ਆਊਟ ਕਰ ਲਿਓ। ਦੈਨ ਨੇਟਿਵ ਲੈਂਗੁਏਜ ਤੁਸੀਂ ਸਿਲੈਕਟ ਕਰ ਸਕਦੇ ਆ, ਹਿੰਦੀ, ਪੰਜਾਬੀ, ਤੇਲਗੂ, ਗੁਜਰਾਤੀ ਵਾਟਐਵਰ। ਸੋ ਉਸ ਤੋਂ ਬਾਅਦ ਆਪਸ਼ਨ ਆਉਂਦੀ ਜੀ ਇੱਥੇ ਇੰਗਲਿਸ਼ ਵਿੱਚ ਲਾਈਕ ਤੁਸੀਂ ਕਰ ਸਕਦੇ ਜਾਂ ਨਹੀਂ, ਯੈਸ ਟੈਸਟ ਦਿੱਤਾ ਹੋਇਆ ਜਾਂ ਨਹੀਂ ਦੈਨ ਯੈਸ ਲੈਂਗੁਏਜ ਵਿੱਚ। ਸੋ ਉਸ ਤੋਂ ਬਾਅਦ ਦੋਸਤੋ ਤੁਸੀਂ ਇਹ ਫਾਰਮ ਨੂੰ ਵੈਲੀਡੇਟ ਕਰ ਦੇਣਾ ਵਾ। ਦੈਨ ਇਹ ਤੁਹਾਨੂੰ ਦੱਸੂਗਾ ਕਿ ਅਗਰ ਤੁਹਾਡਾ ਕੋਈ ਇਨਫੋਰਮੇਸ਼ਨ ਫਿਲ ਆਊਟ ਕਰਨ ਤੋਂ ਰਹਿ ਗਈ ਆ ਤੇ ਆਪਾਂ ਇੱਥੇ ਕੁਛ ਵੀ ਭਰ ਦਿੰਦੇ ਹਾਂ। Toronto airport. Okay, then
वो ट्राई करके दोस्तों वैलिडेट कर दी। दोस्तों ईमेल सेक्शन वाला सेक्शन खाली है, तो दोस्तों दोबारा वैलिडेट कर दिया। ओके दोस्तों चेक कर सकते थे मैसेज आ चुका है वैलिडेशन सक्सेसफुल। दैन दोस्तों हमारे ऊपर देख सकते हैं कि 6 पेजेस कन्वर्ट हो चुका हुआ। मेक श्योर करो कि थोड़े 2D बारकोड 4 एंड 5 पेज प्रिंट हो जाए। दैन दोस्तों इसी थे ऑप्शन यस सेलेक्ट कर सकते हैं, यस अपना नाम फाइल की सबमिशन की डेट प्लस दोस्तों से इतने नाम फिल आउट करना है। मैं इस वीडियो को भी क्लियर कर देना सी कुछ इस तरह का लास्ट पेज शो होगा। मेक श्योर करो कि तुम इतने अपना नाम इतने अपनी फाइल की सबमिशन डेट फिल आउट कर दो, तो यस यस कर दो। सो दोस्तों देख सकते हैं कि इतने पर टाइप कर दो ऑप्शन की अभी तो इतने ऑप्शन किमें आ सकती है। तो सब तो पहला इस फाइल को सेव कर लो अपने पीसी उत्ते। दैन सेव करने तो बाद ये फॉर्म इतने ऊपर रहूगा। दैन तुम ऑप्शन पर जाना हो आ वाली दोस्तों जो भी चेक कर सकते हैं वाले अपना सेलेक्ट कर लिया माइक्रोसॉफ्ट प्रिंट पीडीएफ दैन प्रिंट। ओके दोस्तों जो भी देख सकते हैं वीडियो पे फाइल करें क्योंकि ये नाम है सबमिट है। सो सेव कर रहे हैं कि थोड़ा सेव कर रहे हैं। ओके दोस्तों सो जो मैं आ वाली फाइल अपलोड ओपन करूँगा टू वाली। लेट्स चेक इन्होंने अपन ऑप्शन दिता हुआ उत्ते नेम टाइप कर दी या नहीं। तो दोस्तों जो तुम इतने क्लिक करोगे तो अपना नाम टाइप कर पाओगे इतने। सो दैन अगेन दोस्तों इस डॉक्यूमेंट को अपना सेव कर सकते हैं। ओके फॉर्म नंबर IMM 0130 is the heading है schedule 3। सो मेक श्योर करो तुसी फॉर्म के सब तो टॉप से पहला ये 2 लाइंस carefully read करो। If there is not enough space to provide all the necessary information, attached to this form a separate sheet of paper with further details. Print your name at the top for each additional sheet and indicate the form's title and the number of questions you are answering. So इस चीज़ बारे ਆਪਾਂ ਬਾਅਦ ਵਿੱਚ ਗੱਲ ਕਰਾਂਗੇ ਕਿ ਆਪਾਂ ਸੈਪਰੇਟ ਸ਼ੀਟ ਕਿਵੇਂ ਅਟੈਚ ਕਰਨੀ ਹੈ। ਸਭ ਤੋਂ ਪਹਿਲਾਂ ਫਾਰਮ ਫਿਲ ਆਊਟ ਕਰਦੇ ਹਾਂ। ਇੱਥੇ ਆਪਣਾ ਫੈਮਿਲੀ ਨੇਮ ਕੀ ਫਿਲ ਆਊਟ ਕਰਨਾ, ਗਿਵਨ ਨੇਮ ਵਾਲਾ ਸੈਕਸ਼ਨ ਖਾਲੀ ਛੱਡਦੇ ਹੋਗਾ ਤੁਹਾਡੇ ਵਰਕ ਪਰਮਿਟ ਉੱਤੇ ਗਿਵਨ ਨੇਮ ਵਾਲਾ ਸੈਕਸ਼ਨ ਖਾਲੀ ਆ ਤੇ ਫੈਮਿਲੀ ਨੇਮ ਵਿੱਚ ਹੀ ਆਪਣੀ ਇਨਫੋਰਮੇਸ਼ਨ ਫਿਲ ਆਊਟ ਕਰਿਓ। ਇੱਥੇ ਤੁਸੀਂ ਆਪਣਾ UC ਨੰਬਰ ਫਿਲ ਆਊਟ ਕਰ ਸਕਦੇ ਆ। ਦੈਨ ਡੇਟ ਆਫ ਬਰਥ ਇੱਥੇ ਤੁਸੀਂ ਆਪਣੀ ਆਪਸ਼ਨ ਅਕੋਰਡਿੰਗ ਟੂ ਤੁਸੀਂ ਕਿਹੜੀ ਸਟਰੀਮ ਵਿੱਚ ਫਾਈਲ ਪਾਉਣੀ ਹੈ, ਹੈਲਥ ਕੇਅਰ ਬ੍ਰਾਂਚ। ਸੋ ਇੱਥੇ ਆਪਾਂ ਸਿਲੈਕਟ ਕਰਦੇ ਹਾਂ ਆਪਸ਼ਨ ਵਰਕਰ ਇਨ ਕੈਨੇਡਾ ਸਟਰੀਮ B ਐਸੈਂਸ਼ੀਅਲ ਨੋਨ ਹੈਲਥ ਕੇਅਰ। ਸੋ ਲੈਂਗੁਏਜ ਟੈਸਟ ਆਪਣੇ ਕੋਲ ਆਇਲਸ ਦਾ ਹੈਗਾ ਵਾ, ਸੋ ਆਪਾਂ ਯੈਸ ਕਰਾਂਗੇ ਇਹ ਵਾਲੀ ਆਪਸ਼ਨ ਨੂੰ। ਦੈਨ ਸੈਕਸ਼ਨ 4 ਵੀ ਦੋਸਤੋ ਇਹ ਆਪਸ਼ਨ ਸਿਰਫ ਉਹਨਾਂ ਲਈ ਆ ਜਿਨ੍ਹਾਂ ਨੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਵਿੱਚ ਫਾਈਲ ਸਬਮਿਟ ਕਰਨੀ ਸੀ। ਸੋ ਇਹ ਆਪਸ਼ਨ ਪਤਾ ਨਹੀਂ ਯੈਸ ਸਿਲੈਕਟ ਕਰਾਂਗੇ ਅਦਰਵਾਈਜ਼ ਨੋ। ਸੋ ਹੁਣ ਗੱਲ ਕਰਦੇ ਹਾਂ ਸਭ ਤੋਂ ਮੇਨ ਪਾਰਟ ਦੀ ਇਸ ਫਾਰਮ ਵਿੱਚ ਕਿ ਆਪਾਂ ਆਪਣਾ ਐਕਸਪੀਰੀਅੰਸ ਕਿਵੇਂ ਦਿਖਾਉਣਾ ਵਾ। ਸੋ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਤੁਹਾਡੇ ਕੋਲ NXA NXB ਜਾਂ ਉਹਨਾਂ ਦਾ ਕੰਬੀਨੇਸ਼ਨ ਵਿੱਚ ਲਾਸਟ 3 ਇਅਰਸ ਦੇ ਵਿੱਚ ਫੁੱਲ ਟਾਈਮ ਪਾਰਟ ਟਾਈਮ ਕੋਈ ਕੈਜੂਅਲ ਔਨ ਕਾਲ ਵਾਟਐਵਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ 50-60 ਆਵਰਸ ਦਾ ਯੈਸ ਤੇ ਪਲੱਸ 52 ਵੀਕਸ ਦੀ ਇੰਪਲੋਇਮੈਂਟ ਹੈ। ਸੋ ਇੱਥੇ ਦੋਸਤੋ ਵੀ ਇਹ ਗੱਲ ਜ਼ਰੂਰ ਧਿਆਨ ਰੱਖਿਓ ਕਿ ਤੁਸੀਂ ਇੱਥੇ ਆਪਣੀ ਸਭ ਤੋਂ ਰੀਸੈਂਟ ਟੂ ਓਲਡੈਸਟ ਇਨਫੋਰਮੇਸ਼ਨ ਫਿਲ ਆਊਟ ਕਰਨੀ ਹੈ। ਫੋਰ ਐਗਜ਼ਾਮਪਲ ਸਭ ਤੋਂ ਲੇਟੈਸਟ ਤੁਸੀਂ ਕਿਹੜੀ ਕੰਪਨੀ ਨੂੰ ਜੁਆਇਨ ਕੀਤਾ ਵਾ ਅਤੇ ਤੁਹਾਡੀ ਸਭ ਤੋਂ ਕਰੰਟ ਕਿਹੜੀ ਆ। ਸੋ ਇੱਥੇ ਤੁਸੀਂ ਉਹ ਇਨਫੋਰਮੇਸ਼ਨ ਫਿਲ ਆਊਟ ਕਰਨੀ ਹੈ। ਦੈਨ ਅਗਰ ਤੁਸੀਂ ਕਰੰਟਲੀ ਇੰਪਲੋਇਡ ਹੋ तो इतने प्रेजेंट या करंटली इंप्लॉयमेंट ऐसा कुछ नहीं करना चाहिए, ऑन गोइंग फिल आउट करना वा। दैन इतने आवर्स पर भी फिल आउट करने इतने थोड़ा इंप्लॉयर का नेम नॉक कोड फॉर एग्जांपल सिक्योरिटी गार्ड का कोड आ 6541। सो 6541 सिक्योरिटी गार्ड
ਸੋ ਅਗਰ ਤੁਸੀਂ 2 ਇੰਪਲੋਇਰਸ ਲਈ ਕੰਮ ਕੀਤਾ, 3 ਲਈ ਕੀਤਾ, 4 ਦੇ ਲਈ ਕੀਤਾ ਹੈ, ਉਹਦੀ ਤੁਸੀਂ ਸੈਪਰੇਟ ਸ਼ੀਟ ਅਟੈਚ ਕਰ ਸਕਦੇ ਹੋ। ਕਾਫੀ ਨੇ ਮੈਂ ਦੇਖਿਆ ਵਾ ਕਿ ਇੱਥੇ ਸਿਕਿਉਰਿਟੀ ਦੇ ਵਿੱਚ ਉਹਨਾਂ ਦੇ ਆਵਰਸ ਫਲਕਚੁਏਟ ਕਰਦੇ ਆ, ਜਾਂ ਕੋਵਿਡ ਦੇ ਟਾਈਮ ਲਾਸਟ ਈਅਰ ਉਹਨਾਂ ਨੇ ਕਾਫੀ ਕੰਮ ਕੀਤਾ ਵਾ। ਸੋ ਉਸ ਇਨਫੋਰਮੇਸ਼ਨ ਨੂੰ ਤੁਸੀਂ ਕਿਵੇਂ ਬ੍ਰੇਕ ਡਾਊਨ ਕਰਨਾ ਹੈ ਅਤੇ ਤੁਸੀਂ ਉਸ ਚੀਜ਼ ਕਿਵੇਂ ਐਕਸਪਲੇਨੇਸ਼ਨ ਕਰਨੀ ਹੈ, ਉਸ ਚੀਜ਼ ਦਾ ਐਕਸਪਲੇਨੇਸ਼ਨ ਲੈਟਰ मैं डिस्क्रिप्शन ਵਿੱਚ ਅਟੈਚ ਕਰ ਦੂੰਗਾ, ਮੇਰੇ ਵਿੱਚ ਚੈੱਕ ਕਰ ਲਿਓ। ਦੈਨ ਤੁਹਾਡੀ ਕਰੰਟ ਰਿਕੁਆਇਰਮੈਂਟ ਦੀ ਡਿਟੇਲ ਜਿਹੜੀ ਕਰੰਟਲੀ ਰਿਕੁਆਇਰਮੈਂਟ ਹੈ ਤੁਸੀਂ ਆਪਣੀ ਯੈਸ। ਸੋ ਸੇਮ ਤੁਸੀਂ ਇਨਫੋਰਮੇਸ਼ਨ ਉੱਪਰ ਦੇ ਉੱਤੇ ਫਿਲ ਆਊਟ ਕਰ ਸਕਦੇ ਹੋ ਇਨਫੋਰਮੇਸ਼ਨ ਸੇਮ ਆ। ਦੈਨ ਇੱਥੇ ਇੱਕ ਤੁਹਾਡੀ ਫਾਈਲ ਦੀ ਸਬਮਿਸ਼ਨ ਡੇਟ ਐਂਡ ਸਿਗਨੇਚਰ, ਇਹ ਫਾਰਮ ਤੋਂ ਤੁਸੀਂ ਪ੍ਰਿੰਟ ਆਊਟ ਕਰਨਾ ਵਾ। ਜਿਹੜਾ ਇਸ ਤੋਂ ਪਹਿਲਾਂ ਫਾਰਮ ਸੀ ਜਿਹੜਾ ਰੇਟ ਵਾਲਾ, ਉਹ ਤੁਸੀਂ ਪ੍ਰਿੰਟ ਆਊਟ ਨਹੀਂ ਕਰਨਾ, ਉਹ ਐਜ਼ ਤੇ ਸੇਵ ਕਰਕੇ ਅਪਲੋਡ ਕਰ ਦੇਣਾ ਵਾ। बट ये फॉर्म तो से प्रिंट आउट करना और चेक कर दें इसका नेक्स्ट सेक्शन। दोस्तों ये सब तो पहला इनफॉर्मेशन किमें अपडेट कर सकते हैं, जी इनफॉर्मेशन अगर एक्सट्रा वा तो सब तो पहला टॉप पे करना, दैन फॉर्म द हेडिंग। सो द प्रॉपर हेडिंग कॉपी पेस्ट कर सकते हैं, ऑल डिटेल्स मैं मोस्टली सैक्शन में ये सैक्शन देखा वा लोगों ने काफ़ी इंफ्लुएंस काम किए होंगे जिनकी 4 फैक्ट्री सॉरी एजेंसी इंप्लॉयड होंगे सी कि उस चीज़ चेक कर सकते हैं। सो इतने तुम अपनी डिस्क्रिप्शन दे सकते हैं। सो इतने थोड़ी सब तो पुरानी डिटेल आनी है एंड विच ओके। दैन थले जाके जी मैं तुम्हें पहले इनफॉर्मेशन दसी जी सिक्योरिटी वाली उसी इनफॉर्मेशन किमें ब्रेक डाउन कर सकते हैं, अगर थोड़े घंटे फ्लक्चुएट हो या चेक कर सकते हैं। इतने इदा एक टेबल ड्रॉ कर सकते हैं। सो ये इनफॉर्मेशन मैंने IRC की एजेंट ने दी थी, जो कि ऑफिशियल एजेंट होंगे ना कि प्राइवेट इमिग्रेशन लॉयर। सो तुम अपनी इनफॉर्मेशन इदा ब्रेक डाउन कर सकते हैं। तो सेम मैं वर्ड का डॉक्यूमेंट डिस्क्रिप्शन के लिंक में अपलोड कर दूँ, जिथे चेक सेम इनफॉर्मेशन कॉपी कर सकते हैं। इतने अपने साइन दैन अपनी फाइल की सबमिशन डेट। सो नैक्सट फॉर्म अपना आप गल करांगे फैमिली इनफॉर्मेशन बारे 5406 फॉर्म। तो नैक्सट फॉर्म आ 5562E। सो बेसिकली इस फॉर्म में अपनी ट्रैवल हिस्ट्री की इनफॉर्मेशन फिल आउट करनी है। सो मेक श्योर करो अपनी इनफॉर्मेशन फैमिली नेम जो गिवन है अकॉर्डिंग टू योर वर्क परमिट फिल आउट करो। ये वाला सेक्शन अपना सेकंड खाली करके ऑफिस से ली है। सो ये लाइन दोस्तों जी काफ़ी ध्यान ना पड़े। इतने इस लाइन का मतलब ये है कि लास्ट 10 ईयर्स विच तुसी अपनी होम कंट्री या करंट कंट्री की रेजिडेंस तो आउटसाइड और जिन्ने भी ट्रिप्स किए हैं उस इनफॉर्मेशन आप फिल आउट करनी है। लास्ट 10 ईयर्स या 18 ईयर्स तो बाद जो भी थोड़ी केस एप्लीकेबल होता वा। अगर तुसी किते भी ट्रैवल नहीं किए दैन डिड नॉट ट्रैवल, फॉर एग्जांपल तुसी इंडिया तो डायरैक्ट कैनेडा आए थे तो उस तो बाद दोबारा इंडिया नहीं गए तो ये पूरी का पूरा टेबल खाली रहना वा। अगर तुसी USA का गए हैं 1 दिन 2 दिन या 3 दिन वास्ते तो तुम्हें इतने उसी इनफॉर्मेशन फिल आउट करनी पड़ेगी। अपना पर्पस की सी तुसी कितने दिन रहे उत्थे सारी इनफॉर्मेशन तुम्हें इतने फिल आउट करनी पड़ेगी। इंडिया टू कैनेडा, कैनेडा टू इंडिया उस इनफॉर्मेशन आप फिल आउट नहीं करनी, तुसी इतने ध्यान नाल पढ़ सकते हैं। अगर थोड़े फैमिली या दूसरे फैमिली मैंबर ने आउटसाइड ऑफ योर होम कंट्री या करंट कंट्री रेजिडेंस तो आउटसाइड ट्रिप पे गए हैं उसी इतने इनफॉर्मेशन फिल आउट करनी है। तो नो सेम फॉर योर स्पाउस एंड योर चिल्ड्रन। तो दोस्तों इस फॉर्म में प्रिंट आउट नहीं करना, इसमें भी डायरेक्ट अपलोड करना है। इस कोई साइन या डेट के ऑप्शन भी नहीं है। इस वीडियो आप गल कर जा रहे हैं IMM 5406 फॉर्म बारे जिसके अपनी फैमिली की इनफॉर्मेशन होती है। सो इस फॉर्म में दोस्तों स्टार्टिंग के लिखा हुआ है अगर तो कोई सेक्शन अप्लाई नहीं होता दैन नॉट एप्लीकेबल। एंड दैन टू बी इस फॉर्म में जितने फॉर्म का प्रिंट आउट करने हैं 56690130 एंड 5406 का ब्लैक पेन ही साइन करने हैं। अगर किसी ने एडिशनल अगर इतने सेक्शन स्पेस नहीं हैगी तो उस सेक्शन की इनफॉर्मेशन लैके सैपरेट शीट अटैच कर सकते हैं जिन्हें मैं तुहानू 0130 फॉर्म में दसिया तो 5669 फॉर्म में भी दसूँगा। सो फॉर्म फिल आउट करना स्टार्ट करने तो नहीं
थोड़ा मैरिटल स्टेटस, डेट ऑफ बर्थ, दूसरे इस फॉर्म की जस्ट बेसिकल डिटेल्स आ मेक श्योर करो कि दोस्तों ईमेल आईडी करेक्ट करो थोड़े अगर कोई स्पाउस है तो इंक्लूड किया हुआ हो एप्लीकेशन देन फिल डिटेल्स फॉर द सेक्शन व्हिच मदर डिटेल्स फादर डिटेल्स और डेट ऑफ बर्थ एड्रेस मेक श्योर करो कि अगर थोड़े मदर या फादर का किसी का पासपोर्ट बनया है तो उन्होंने इनफॉर्मेशन अकॉर्डिंग उन्होंने पासपोर्ट करो अगर थोड़े कोई भी चिल्ड्रन आप उन्होंने इंक्लूड करना चाहते हो या फिर सिस्टर की इन्फॉर्मेशन है तो थोड़े किसी भैन भरा का भी पासपोर्ट बनया मेक श्योर उनकी इन्फॉर्मेशन अकॉर्डिंग टू ये पासपोर्ट फिल करो सो बस बेसिकली जस्ट साइन करो ब्लैक पेन टेक सब सॉल्यूशन दी डेट फिल आउट करो देन सेव कर दो प्रिंट करके साइन करके स्कैन करके अपलोड कर दो दैट्स इट फॉर्म IMM 56698 this is the heading का schedule है so basically ਆਪਾਂ ਇਸ ਫਾਰਮ ਨੂੰ ਪ੍ਰਿੰਟ ਆਊਟ ਕਰਨਾ ਦੈਨ ਸਾਈਨ ਕਰਨਾ ਵਾ ਅਗਰ ਤੁਹਾਨੂੰ ਇਸ ਫਾਰਮ ਦੇ ਕਿਸੇ ਸੈਕਸ਼ਨ ਵਿੱਚ ਲੱਗਦਾ ਵਾ ਕਿ ਇਨਫ ਸਪੇਸ ਨਹੀਂ ਹੈਗੀ ਤਾਂ ਤੁਸੀਂ ਸੈਪਰੇਟ ਸ਼ੀਟ ਲਗਾ ਕੇ ਆਪਣੀ ਇਨਫੋਰਮੇਸ਼ਨ ਫਿਲ ਆਊਟ ਕਰ ਸਕਦੇ ਆ ਸੋ ਚਲੋ ਜੀ ਸਿੱਧਾ ਫਾਈਲ ਵਿੱਚ ਚੱਲਦੇ ਆ ਤੇ ਦੋਸਤੋ ਚੈੱਕ ਕਰ ਸਕਦੇ ਆ ਪ੍ਰਿੰਟ ਇਨ ਬਲੈਕ ਪੈਨ ਸੋ ਦੋਸਤੋ ਪਹਿਲੇ ਆਪਾਂ ਇਨਫੋਰਮੇਸ਼ਨ ਫਿਲ ਆਊਟ ਕਰ ਪ੍ਰਿੰਸੀਪਲ ਐਪਲੀਕੈਂਟ ਅਗਰ ਸਪਾਊਸ ਦਾ ਫਾਰਮ ਆ ਦੈਨ ਇੱਥੇ ਸਪਾਊਸ ਫਿਲ ਆਊਟ ਕਰੋਗੇ ਇਹ ਵਾਲਾ ਸੈਕਸ਼ਨ ਖਾਲੀ ਰਹਿ ਜਾਊਗਾ ਦੈਨ ਫੈਮਿਲੀ ਨੇਮ ਅਕੋਰਡਿੰਗ ਟੂ ਯੂਰ ਵਰਕ ਪਰਮਿਟ के गिवन वाला सेक्शन खाली रह जाना दैन NA दैन थर्ड विच थोड़ी डेट ऑफ बर्थ सो दोस्तों इतने बेसिकली फोर्थ एंड फिफ्थ सेक्शन में थोड़े फादर मदर डिटेल्स होनी है अगर उन्होंने पासपोर्ट बनया होया वा तो मेक श्योर करो तुसी वो इन्फॉर्मेशन अकॉर्डिंग टू दियर पासपोर्ट फिल आउट करे इतने अगर किसी की फादर मदर की इतने डेथ हो चुकी है तो इतने उस चीज़ की एक्सपायरेशन डेट वगैरह इन्फॉर्मेशन फिल आउट कर सकते हैं सो नैक्सट सेक्शन जिहदे विच जिहड़ा कि काफ़ी इंपॉर्टेंट है इतने काफ़ी बच्चे गलती कर देने सो सब तो पहले इतने अगर थोड़ा कोई भी केस लाइक क्लोज नहीं होया हजे भी चल रहा तो किसी चीज़ की माफ़ी नहीं मिली तो इतने ऑप्शन यस सिलेक्ट करोगे अगर कोई इतना केस नहीं करते नो दूजा अगर थोड़ा कोई भी इंडिया में केस चल रहा कि पेंडिंग पे है क्लोज नहीं होया दैन इतने यस करोगे अदरवाइज कोई केस नहीं करते नो सो सेम दोस्तों उदा ही है इन्फॉर्मेशन दैन अगर थोड़ा करे भी कैनेडा का वीज़ा या किसी होर कंट्री रिफ्यूज है दैन इतने आप यस करांगे अदरवाइज नो सेम लाइक अगर थोड़ा वर्क परमिट या तो ऑर्डर हो रहा है कि कैनेडा लीव कर दो दैन इतने यस अदरवाइज नो सो नैक्सट आप चलते हैं बेसिकली एजुकेशन वाल सो इतने दोस्तों एलीमेंट्री तक 5 सैकेंडरी है हाई स्कूल तक 7 सो एंड इतने कैनेडा 2 ईयर बेसिकली ये प्रोफाइल एक प्लस 2 वाले स्टूडेंट का हुआ सो 2019 स्टूडेंट आता वा शायद कॉलेज तो अपना बैचलर्स या कोई भी डिप्लोमा या अंडर ग्रेजुएट डिप्लोमा करता है साइंस से जैसे दैन उसकी 6 to ग्रेड 12 तक की डिटेल्स जितने भी पढ़िया दैन ग्रेड 5 डिटेल्स ये दोस्तों जो एग्जाम्पल है ये अपनी फाइल के अकॉर्डिंग फिल आउट करो तो मोस्ट रिसेंट टू ओल्डेस्ट इन्फॉर्मेशन फिल आउट करनी है हमेशा तो चेक कर सकते हैं 18 साल तो बाद 8 सेक्शन में 18 साल तो बाद जो भी एम्प्लॉयमेंट की है लास्ट 10 ईयर्स विच थोड़े से केस एप्लीकेबल है इसके ऊपर इन्फॉर्मेशन फिल आउट करनी है सो मेक श्योर करो कि कोई गैप ना रहे थोड़ी एम्प्लॉयमेंट के विच तो बेसिकली अगर तुहानूं काफ़ी एजेंसी थ्रू काम किया वा फैक्ट्रीज विच या कई होर जगह ते एक जगह दूसरी जगह तुसीं अपना काम चेंज करते गए हैं तो इतनी स्पेस पूरी रहेगी तो मैं वीडियो के एंड में दसूँगा कि तुसीं अपनी सेपरेट शीट अटैच करके इन्फॉर्मेशन किवें फिल आउट कर सकते हैं सो बेसिकली तुसीं अपनी सब तो रीसेंट ओल्डेस्ट भावियां कोई सिक्योरिटी गार्ड का काम करता वा कितने काम करता वा थोड़ा स्टेटस की सी उस टाइम तुसीं वर्क करते सी अगर थोड़ा एम्प्लॉयड स्टेटस आ तो दोस्तों थोड़ा वो स्टेटस स्टूडेंट होना वा दैन सेम अगे इन्फॉर्मेशन आ अगर तुम मैंबरशिप थोड़े को किसी एसोसीएशन की या किसी ऑर्गेनाइजेशन अटैच आ दैन इन्फॉर्मेशन फिल आउट कर दो बाई नो गवर्नमेंट पोजीशन अगर कोई होल्ड करते हैं दैन यस अदरवाइज नो सेम मिलिट्री दिल्ली दैन इतने दोस्तों अपना 12 सैक्शन आ जिहदे आप एड्रैस की इन्फॉर्मेशन फिल आउट करनी है दोस्तों ध्यान रखो इतने तुसीं एड्रैस की इन्फॉर्मेशन सिर्फ कोई फिल आउट करो जिहड़ी तुहाडी लाइसेंस ते या रैकर्ड्स दे विच रही आ
क्योंकि काफ़ी स्टूडेंट्स होंगे आ 4-4 महीने बाद 2-2 महीने बाद एक जगह दूसरी जगह मूव करते रहते हैं। सो जरूरी नहीं होता दोस्तों कि आप हर इन्फॉर्मेशन इतने फिल आउट करनी मेक श्योर करो कि इन्फॉर्मेशन जी रैकर्ड लाइक बैंक स्टेटमेंट से या थोड़ी लाइसेंस से या किसी होर डॉक्यूमेंट से वही इन्फॉर्मेशन इतने फिल आउट करो। वो इन्फॉर्मेशन आप मोस्ट रीसेंट टू ओल्डेस्ट जाना वा आफ्टर 18 ईयर जिथे भी तुम रहे हैं। सो हूँ उस तो बाद दोस्तों आप साइन कर देना डेट। सो दोस्तों ये वाली जो थले 3 लाइन्स है ये वाली जिहड़ियां ਆਪਾਂ नहीं पा रहे तुसीं ते क्लीयरली है 2 लाइन्स रीड कर सकते हैं। Do not complete the following section now. You may be asked to sign in the presence of a representative of the Canadian government or an official appointed by Canadian government. So ये वाली 3 लाइन्स साइन या फिल आउट नहीं करनी है। सो एडिशनल इन्फॉर्मेशन अगर तुसीं ऐड करना चाहुंदे आ अपने 566 लाइन के फॉर्म विच तो इत्थे दोस्तों भी सबसे पहला नाम दे देना then form the heading then section the heading to the information same table draw करना sign and then date and then print करके scan करके print करके फिर sign करके scan करके उस फॉर्म ਦੇ ਨਾਲ ਆਪਾਂ ਇਹਨੂੰ word to pdf ਅਟੈਚ ਕਰ ਦੇਣਾ ਤੇ ਆਪਾਂ ਅਪਲੋਡ ਕਰ ਦੇਣਾ ਚੈੱਕ ਫਾਰਮ ਦੇ ਨਾਲ ਮਰਜ ਕਰਕੇ